ਇਹ ਬਾਤ ਨਿਰੀ ਇੰਨੀ ਹੀ ਨਹੀਂ, ਨਾ ਇਹ ਮਸਲਾ ਸਿਰਫ ਕਿਸਾਨ ਦਾ ਏ, ਇਹ ਪਿੰਡ ਦੇ ਵਸਦੇ ਰਹਿਣ ਦਾ ਏ, ਜਿਹਨੂੰ ਤੌਖਲਾ ਉੱਜੜ ਜਾਣਦਾ ਏ। ਉਂਝ ਤਾਂ ਇਹ ਚਿਰਾਂ ਤੋਂ ਉੱਜੜ ਰਿਹਾ, ਕੋਈ ਅੱਜ ਨਹੀਂ ਉੱਜੜਨ ਲੱਗਿਆ। ਇਹਨੂੰ ਗੈਰਾਂ ਨੇ ਵੀ ਲੁੱਟਿਆ ਏ ਤੇ ਆਪਣਿਆਂ ਵੀ ਠੱਗਿਆ ਏ। ਇਹਦਾ ਮਨ ਪਿੰਡੇ ਤੋਂ ਵੱਧ ਜ਼ਖਮੀ, ਦੁੱਖ ਰੂਹ ਤੋਂ ਵਿਛੜ ਜਾਣਦਾ ਏ। ਇਹ ਬਾਤ ਨਿਰੀ ਇੰਨੀ ਨਹੀਂ। ਜਿਸ ਗੁਰੂ ਦੇ ਨਾਮ ਤੇ ਜਿਉਂਦਾ ਹੈ, ਉਸ ਦੇ ਪੈਗਾਮ ਨੂੰ ਵਿਸਰ ਗਿਆ। ਇੱਕ ਘੁਰਾ ਸ਼ਬਦ ਦਾ ਨਿਕਲ ਗਿਆ, ਉਹਦੀ ਸੁਰਤ ਦਾ ਤਾਣਾ ਉੱਧੜ ਗਿਆ। ਇਹ ਵੇਲਾ ਸੱਜਰੀ ਬੁਣਤੀ ਵਿੱਚ ਸ਼ਬਦਾਂ ਦੇ ਬੂਟੇ ਪਾਣ ਦਾ ਏ। ਇਹ ਬਾਤ ਨਿਰੀ ਇੰਨੀ ਹੀ ਨਹੀਂ। ਇਹ ਗੱਲ ਨਿਰੀ ਖੇਤਾਂ ਦੀ ਨਹੀਂ, ਇਹ ਗੱਲ ਤਾਂ ਸਫਿਆਂ ਦੀ ਵੀ ਆ। ਅੱਖਰਾਂ ਨੇ ਜਿਨ੍ਹਾਂ ਤੇ ਬੀਜਾਂ ਜਿਹੇ, ਉਹਨਾਂ ਸੱਚ ਦੇ ਫਲਸਫਿਆਂ ਦੀ ਵੀ ਹੈ। ਮੈਨੂੰ ਫਿਕਰ ਲਾਲੋ ਦੇ ਕੋਧਰੇ ਦਾ, ਤੈਨੂੰ ਭਾਗੋ ਦੇ ਪਕਵਾਨ ਦਾ ਏ। ਇਹ ਬਾਤ ਨਿਰੀ ਇੰਨੀ ਨਹੀਂ। ਆਖੀ ਸੀ ਕਦੇ ਇੱਕ ਪੁਰਖੇ ਨੇ, ਇਹ ਬਾਤ ਅਜੇ ਤੱਕ ਹੈ ਸੱਜਰੀ। ਨਹੀਂ ਕੰਮ ਥਕਾਉਂਦਾ ਬੰਦੇ ਨੂੰ, ਬੰਦੇ ਨੂੰ ਥਕਾਉਂਦੀ ਬੇਕਦਰੀ। ਇਹ ਦੁੱਖ ਉਸ ਬੇਕਦਰੀ ਦਾ, ਇਹ ਸੱਲ ਉਸ ਅਪਮਾਨ ਦਾ ਏ। ਇਹ ਬਾਤ ਨਿਰੀ ਇੰਨੀ ਨਹੀਂ। ਤੇਰੇ ਵੱਡੇ ਵਸਣ ਘਰਾਣੇ ਵੀ, ਸਾਡੇ ਰਹਿਣ ਦੇ ਨਿੱਕੇ ਘਰ ਵਸਦੇ, ਸਾਡੇ ਚੁੱਲ੍ਹਿਆਂ ਵਿੱਚ ਅੱਗ ਬਲਦੀ ਰਵੇ। ਸਭ ਧੀਆਂ ਪੁੱਤ ਵਸਦੇ ਰਸਦੇ, ਇਹ ਗੱਲ ਸਭਨਾਂ ਦੇ ਵਸਣ ਦੀ ਹੈ। ਇਹ ਜਸ਼ਨ ਤਾਂ ਵੰਡ ਕੇ ਖਾਣ ਦਾ ਏ। ਇਹ ਬਾਤ ਨਿਰੀ ਇੰਨੀ ਹੀ ਨਹੀਂ। ਕਿਉਂ ਧੀ ਕਿਸੇ ਕਿਰਤੀ ਕੰਮੀ ਦੀ, ਉਹਨਾਂ ਦੀ ਖਾਤਰ ਧੀ ਹੀ ਨਹੀਂ। ਜੋ ਪੁੱਤ ਨੇ ਡਾਢਿਆਂ ਦੇ ਜਾਏ, ਉਹਨਾਂ ਦੀ ਕਿਤੇ ਪੇਸ਼ੀ ਹੀ ਨਹੀਂ। ਤੂੰ ਡਰ ਉਹਨਾਂ ਦੀ ਅਦਾਲਤ ਤੋਂ, ਜਿੱਥੇ ਹੋਣਾ ਅਦਲ ਅਮਾਨ ਦਾ ਏ। ਇਹ ਬਾਤ ਨਿਰੀ ਇੰਨੀ ਹੀ ਨਹੀਂ। ਤੇਰੇ ਨਾਲ ਅਮੀਰ ਵਜ਼ੀਰ ਖੜੇ, ਤੇਰੇ ਨਾਲ ਪੈਗੰਬਰ ਪੀਰ ਖੜੇ, ਰਵਿਦਾਸ ਫਰੀਦ ਕਬੀਰ ਖੜੇ, ਮੇਰੇ ਨਾਨਕ ਸ਼ਾਹ ਫਕੀਰ ਖੜੇ, ਮੇਰਾ ਰਾਮਦੇਵ ਮੇਰਾ ਧੰਨਾ ਵੀ, ਮੈਨੂੰ ਮਾਣ ਆਪਣੀ ਇਸ ਸ਼ਾਨ ਦਾ ਏ। ਇਹ ਬਾਤ ਨਿਰੀ ਇੰਨੀ ਹੀ ਨਹੀਂ। ਤੂੰ ਆਖਦਾ ਹੁਣ ਆਜ਼ਾਦ ਹਾਂ ਮੈਂ, ਮੇਰੀਆਂ ਜੰਜੀਰਾਂ ਟੁੱਟ ਰਹੀਆਂ। ਇਹ ਮੇਰੀਆਂ ਜੜ੍ਹਾਂ ਨੇ ਸਾਹਿਬ ਜੀ, ਜਿਨ੍ਹਾਂ ਨੂੰ ਮਸ਼ੀਨਾਂ ਪੁੱਟ ਰਹੀਆਂ। ਇੱਕ ਪਾਸੇ ਤੈਂ ਤੇ ਹਾਬੜਿਆ, ਇੱਕ ਪਾਸੇ ਦੁੱਖ ਇਨਸਾਨ ਦਾ ਏ। ਇਹ ਬਾਤ ਨਿਰੀ ਇੰਨੀ ਹੀ ਨਹੀਂ। ਖੂਹ ਵਗਦੇ ਵਗਦੇ ਛਪਣ ਹੋਏ, ਹੁਣ ਬਾਤ ਨੇ ਸਦੀਆਂ ਗਈਆਂ ਦੀ। ਮੈਂ ਜਾਣਦਾ ਯੁੱਗ ਬਦਲਦੇ ਨੇ, ਤਿੱਖੀ ਰਫਤਾਰ ਹੈ ਪਈਆਂ ਦੀ। ਬੰਦੇ ਨੂੰ ਮਿੱਧ ਕੇ ਨਾ ਲੰਘ ਜਾਵਣ, ਇਹ ਫਰਜ਼ ਵੀ ਨੀਤੀਵਾਨ ਦਾ ਏ। ਇਹ ਬਾਤ ਨਿਰੀ ਇੰਨੀ ਹੀ ਨਹੀਂ। ਇਹ ਕਣਕ ਤੇ ਧਾਨ ਦੀ ਗੱਲ ਹੀ ਨਹੀਂ, ਇਹ ਅਣਖ ਤੇ ਆਣ ਦੀ ਗੱਲ ਵੀ ਹੈ। ਕੀ ਹਾਲ ਹੈ ਕਿੰਜ ਗੁਜ਼ਰਦੀ ਹੈ, ਇਹ ਮੋਹ ਤੇ ਮਾਣ ਦੀ ਗੱਲ ਵੀ ਹੈ। ਜੇ ਆਪਣਾ ਹੁੰਦਾ ਪੁੱਛਦਾ ਹੈ, ਕਿ ਦੁਖਦਾ ਮੇਰੀ ਜਾਨ ਦਾ ਏ। ਇਹ ਬਾਤ ਨਿਰੀ ਇੰਨੀ ਹੀ ਨਹੀਂ। ਮੈਂ ਜਾਗਿਆ ਹਾਂ ਬੜੀ ਦੇਰ ਨਾਲ, ਮੇਰੀ ਟੁੱਟੀ ਨੀਂਦ ਹਨੇਰੀ ਨਾਲ। ਮੇਰੇ ਸੁੱਤਿਆਂ ਸੁੱਤਿਆਂ ਤੁਰ ਗਿਆ, ਮੇਰਾ ਕੀ ਕੁਝ ਗਫਲਤ ਮੇਰੀ ਨਾਲ। ਇਹ ਜੋ ਇਸ ਦੇ ਮਗਰੋਂ ਆਉਂਦਾ ਹੈ, ਮੈਨੂੰ ਫਿਕਰ ਤਾਂ ਉਸ ਤੂਫਾਨ ਦਾ ਏ। ਇਹ ਬਾਤ ਨਿਰੀ ਇੰਨੀ ਹੀ ਨਹੀਂ। ਜਿਸ ਦੀ ਸਰਕਾਰ ਵੀ ਜਰ ਖਰੀਦ, ਕਿੰਨੇ ਅਖਬਾਰ ਵੀ ਜਰ ਖਰੀਦ। ਇਹ ਚੈਨਲ ਵੈਨਲ ਐਂਕਰ ਵੀ, ਮੰਡਲ ਵਪਾਰ ਵੀ ਜਰ ਖਰੀਦ। ਇਹ ਮਸਲਾ ਮਾਇਆ ਧਾਰੀਆਂ ਦੇ ਜੰਜਾਲ 'ਚ ਫਸੇ ਜੰਜਾਲ ਦਾ ਏ। ਇਹ ਮਸਲਾ ਮਾਇਆ ਧਾਰੀਆਂ ਦੇ ਜੰਜਾਲ 'ਚ ਫਸੇ ਜਹਾਨ ਦਾ ਏ। ਬਾਤ ਨਿਰੀ ਇੰਨੀ ਨਹੀਂ। ਤੇਰੇ ਕੋਲ ਤਾਂ ਚਾਰ ਸਿਆੜ ਨਹੀਂ, ਤੂੰ ਇੱਥੇ ਕਿੱਥੇ ਫਿਰਦਾ ਹੈ। ਤੇਰੇ ਕੋਲ ਤਾਂ ਚਾਰ ਸਿਆੜ ਨਹੀਂ, ਤੂੰ ਇੱਥੇ ਕਿੱਥੇ ਫਿਰਦਾ ਹੈ। ਤੇਰੀ ਗਮਰਾਹੀ ਸਿਰੇ ਦੀ ਏ, ਐਵੇਂ ਕਮਲਾ ਹੋਇਆ ਫਿਰਦਾ ਹਾਂ। ਜੀ ਮੈਂ ਚੇਲਾ ਹਾਂ ਉਸ ਕਰਾਈਏ ਦਾ, ਜਿਹਦਾ ਥਾਲ ਪੂਰੇ ਅਸਮਾਨ ਦਾ ਏ। ਇਹ ਬਾਤ ਨਿਰੀ ਇੰਨੀ ਹੀ ਨਹੀਂ। ਵਾਹ ਪਾਤਰ ਤੂੰ ਵੀ ਇੱਥੇ, ਤੇਰੀ ਕਿਸ ਜ਼ਮੀਨ ਨੂੰ ਖਤਰਾ ਹੈ। ਮੇਰੇ ਬੋਲਾਂ ਨੂੰ, ਮੇਰੀ ਕਵਿਤਾ ਨੂੰ, ਮੇਰੀ ਸੁਰ ਜ਼ਮੀਨ ਨੂੰ ਖਤਰਾ ਹੈ। ਮੇਰਾ ਹਰਫ ਹਰਫ ਤੇਰੀ ਜਦ ਵਿੱਚ ਹੈ, ਮੇਰਾ ਮਸਲਾ ਉਹਨੂੰ ਬਚਾਉਣ ਦਾ ਏ। ਇਹ ਬਾਤ ਨਿਰੀ ਇੰਨੀ ਹੀ ਨਹੀਂ। ਇਹ ਸੁਰਜੀਤ ਪਾਤਰ ਜੀ ਦੀ ਕਵਿਤਾ ਹੈ। ਇਹ ਇਸੇ ਨਾਂ ਦੀ ਕਿਤਾਬ ਵਿੱਚ ਦਰਜ ਆ। ਅਸਲ ਦੇ ਵਿੱਚ ਤਾਂ ਇਹ ਸੁਰਜੀਤ ਪਾਤਰ ਜੀ ਜਿੰਨੀ ਸੋਹਣੀ ਕਵਿਤਾ ਖੁਦ ਪੜ੍ਹਦੇ ਨੇ, ਤਰੰਨਮ ਵਿੱਚ ਗਾਉਂਦੇ ਨੇ,
ਉਹ ਮੇਰੇ ਕੋਲ ਨਹੀਂ ਹੋ ਸਕਦਾ। ਇੱਕ ਵਾਰ ਪਾਤਰ ਸਾਹਿਬ ਨੂੰ ਪੁੱਛਿਆ ਸੀ ਕਿ ਜੇ ਤੁਸੀਂ ਕਵੀ ਨਾ ਹੁੰਦੇ ਤਾਂ ਕੀ ਹੁੰਦੇ, ਤਾਂ ਉਹ ਆਖਦੇ ਸੀ ਕਿ ਫਿਰ ਮੇਰਾ ਮਨ ਸੀ ਕਿ ਮੈਂ ਫਿਰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦਾ ਮੁੱਖ ਹਜ਼ੂਰੀ ਕੀਰਤਨੀਆ ਹੁੰਦਾ। ਸੱਚਮੁੱਚ ਉਹਨਾਂ ਦੀ ਆਵਾਜ਼ ਦੇ ਵਿੱਚ ਬਹੁਤ ਸੋਜ਼ ਆ, ਉਹਨਾਂ ਨੂੰ ਬਹੁਤ ਸੁਰ ਦੀ ਸਮਝ ਆ। ਮੈਂ ਇਹ ਕਵਿਤਾ ਜਿਸ ਰੂਪ ਵਿੱਚ ਪੜ੍ਹੀ, ਮੇਰਾ ਤਾਂ ਸਿਰਫ ਤੁਹਾਡੇ ਤੱਕ ਇਹ ਕਵਿਤਾ ਅਤੇ ਇਹ ਕਿਤਾਬ ਦੀ ਜਾਣਕਾਰੀ ਪਹੁੰਚਾਉਣ ਦਾ ਮੰਤਵ ਆ ਕਿ ਉਹਨਾਂ ਦੀ ਨਵੀਂ ਕਿਤਾਬ ਆਈ ਹੈ ਜਿਹੜੀ ਸਾਰੀ ਦੀ ਸਾਰੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਆ। ਉਸੇ ਨਾਲ ਸੰਬੰਧਿਤ ਇਸ ਵਿੱਚ ਕਵਿਤਾਵਾਂ ਹੈ, ਕੇਵਲ ਕਵਿਤਾਵਾਂ ਹੀ ਨਹੀਂ ਸਗੋਂ ਇਸ ਵਿੱਚ ਵਾਰਤਕ ਦੇ ਟੁਕੜੇ ਵੀ ਨੇ। ਮੈਂ ਜਦੋਂ ਵੀ ਕਿਸੇ ਕਵੀ ਦੀ ਵਾਰਤਕ ਪੜ੍ਹਦਾ ਤਾਂ ਮੈਨੂੰ ਇੱਕ ਗੱਲ ਦਾ ਬੜਾ ਤੀਬਰ ਅਹਿਸਾਸ ਹੁੰਦਾ ਹੈ। ਕਵਿਤਾ ਲਿਖਦਿਆਂ ਲਿਖਦਿਆਂ ਕਵੀਆਂ ਕੋਲ ਇੱਕ ਸ਼ਬਦਾਂ ਦੀ ਸੰਜਮ ਅਤੇ ਸਲੀਕਾ ਆ ਜਾਂਦਾ ਹੈ। ਉਹ ਵਾਧੂ ਖਲਾਰਾ ਨਹੀਂ ਪਾਉਂਦੇ। ਉਹਨਾਂ ਦੀ ਵਾਰਤਕ ਵੀ ਕਵਿਤਾ ਵਰਗੀ ਹੁੰਦੀ ਆ ਅਤੇ ਉਸ ਵਾਰਤਕ ਵਿੱਚ ਭਾਵ ਵੀ ਬੜੇ ਡੂੰਘੇ ਹੁੰਦੇ ਆ ਅਤੇ ਵਿਚਾਰ ਵੀ ਬੜੇ ਉੱਚੇ ਅਤੇ ਸੁੱਚੇ ਹੁੰਦੇ ਆ। ਇਸ ਪੁਸਤਕ ਦੇ ਵਿੱਚ ਉਹਨਾਂ ਨੇ ਵਾਰਤਕ ਵੀ ਲਿਖੀ ਆ ਅਤੇ ਕਵਿਤਾ ਵੀ ਲਿਖੀ ਆ। ਅਗਲੀ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਕਿ ਅਸੀਂ ਬੜੀ ਛੇਤੀ ਕਹਿ ਦਿੰਦੇ ਹਾਂ ਸਾਹਿਤਕਾਰਾਂ ਨੂੰ ਜਾਂ ਕਲਾਕਾਰਾਂ ਨੂੰ ਕਿ ਤੁਸੀਂ ਸੰਘਰਸ਼ ਸਮੇਂ ਸਾਥ ਨਹੀਂ ਦਿੱਤਾ ਜਾਂ ਤੁਸੀਂ ਪਿੱਛੇ ਰਹਿ ਗਏ। ਅਸਲ ਵਿੱਚ ਜਦੋਂ ਲਹਿਰਾਂ ਚੱਲਦੀਆਂ ਨੇ ਉਹ ਆਪਣੇ ਵਹਾਅ ਨਾਲ ਕਲਾਕਾਰਾਂ ਨੂੰ, ਵਿਚਾਰਵਾਨਾਂ ਨੂੰ ਵਹਾ ਕੇ ਲੈ ਜਾਂਦੀਆਂ। ਅਤੇ ਨਿਸ਼ਚੇ ਹੀ ਇਹ ਕਿਸਾਨ ਅੰਦੋਲਨ ਦੇ ਵਿੱਚ ਜਿਸ ਤਰ੍ਹਾਂ ਬੁੱਧੀਜੀਵੀਆਂ ਨੇ, ਕਲਾਕਾਰਾਂ ਨੇ, ਰੰਗ ਕਰਮੀਆਂ ਨੇ, ਗਾਇਕਾਂ ਨੇ, ਫਿਲਮੀ ਅਤੇ ਨਾਟਕ ਅਦਾਕਾਰਾਂ ਨੇ ਹਿੱਸਾ ਪਾਇਆ, ਸਾਹਿਤਕਾਰ ਉਹ ਸਭ ਤੋਂ ਅੱਗੇ ਸੀ ਅਤੇ ਅਗਵਾਨੂੰ ਸੀ। ਸੁਰਜੀਤ ਪਾਤਰ ਨੇ ਇਸ ਸਮੇਂ ਆਪਣੀਆਂ ਕਵਿਤਾਵਾਂ ਰਾਹੀਂ, ਆਪਣੀ ਕਲਮ ਰਾਹੀਂ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਇੱਕ ਤਰ੍ਹਾਂ ਨਾਲ ਉਹਨਾਂ ਵਿਰੋਧੀਆਂ ਦਾ ਮੂੰਹ ਵੀ ਬੰਦ ਕੀਤਾ ਹੈ ਜਿਹੜੇ ਇਸ ਤਾਕ ਵਿੱਚ ਰਹਿੰਦੇ ਆ ਕਿ ਕਿਸੇ ਕਵੀ ਦੇ ਉੱਤੇ ਕੋਈ ਲਾਛਣ ਲਾਇਆ ਜਾਵੇ। ਇਸ ਕਵਿਤਾ ਅਤੇ ਇਸ ਵਾਰਤਕ ਦੇ ਵਿੱਚੋਂ ਦੋ ਤਿੰਨ ਗੱਲਾਂ ਬੜੀਆਂ ਸਪਸ਼ਟ ਰੂਪ ਵਿੱਚ ਪਾਤਰ ਸਾਹਿਬ ਨੇ ਉਭਾਰੀਆਂ ਨੇ। ਇੱਕ ਤਾਂ ਉਹਨਾਂ ਨੇ ਇਹ ਗੱਲ ਬਹੁਤ ਖੂਬਸੂਰਤ ਢੰਗ ਨਾਲ ਉਭਾਰੀ ਆ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਪੰਜਾਬ ਸੰਕਟ ਸਮੇਂ ਨਾ ਉਹਨੇ ਇੱਕ ਕਵਿਤਾ ਲਿਖੀ ਸੀਗੀ ਪਾਤਰ ਸਾਹਿਬ ਨੇ, ਮਾਤਮ, ਹਿੰਸਾ, ਖੌਫ, ਬੇਬਸੀ ਅਤੇ ਅਨਿਆਂ, ਇਹ ਨੇ ਅੱਜ ਕੱਲ੍ਹ ਮੇਰੇ 5 ਦਰਿਆਵਾਂ ਦੇ ਨਾਂ, ਜੋ ਹੁੰਦੇ ਸੀ ਸਤਲੁਜ, ਬਿਆਸਾ, ਰਾਵੀ, ਜੇਹਲਮ ਅਤੇ ਚਨਾਹ। ਅਤੇ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਹੀ ਇਸ ਲਹਿਰ ਤੋਂ ਬਾਅਦ, ਇਸ ਕਿਸਾਨੀ ਸੰਘਰਸ਼ ਤੋਂ ਬਾਅਦ ਜਿਹੜਾ ਉਹਨਾਂ ਦਾ ਇੱਕ ਸੁਪਨਾ ਸੀ ਉਹ ਪੂਰਾ ਹੋਇਆ। ਪਰ ਜਿਹੜੇ ਇੱਕ ਦਿਨ ਹੋਣਗੇ ਰਾਗ, ਸ਼ਾਇਰੀ, ਹੁਸਨ, ਮੁਹੱਬਤ ਅਤੇ ਨਿਆਂ, ਮੇਰੇ 5 ਦਰਿਆਵਾਂ ਦੇ ਨਾਂ। ਉਹਨਾਂ ਨੇ ਇੱਕ ਨਜ਼ਮ ਲਿਖੀ ਸੀ ਮੇਲਾ। ਅਸਲ ਦੇ ਵਿੱਚ ਇਸ ਨਜ਼ਮ ਬਾਰੇ ਵੀ ਬਹੁਤ ਗੱਲਾਂ ਕਹੀਆਂ ਗਈਆਂ ਕਿ ਸੰਘਰਸ਼ ਆ, ਇਹਨੂੰ ਮੇਲਾ ਨਹੀਂ ਕਹਿਣਾ ਚਾਹੀਦਾ। ਅਸਲ ਵਿੱਚ ਅਜਿਹੀਆਂ ਗੱਲਾਂ ਉਹ ਕਰਦੇ ਨੇ ਕਿ ਜਿਹੜੇ ਸੰਘਰਸ਼ ਦੇ ਦਰਮਿਆਨ ਨਹੀਂ ਹੁੰਦੇ। ਜਿਹੜੇ ਸੰਘਰਸ਼ ਦੇ ਦਰਮਿਆਨ ਹੁੰਦੇ ਆ ਉਹਨਾਂ ਨੂੰ ਪਤਾ ਹੈ ਕਿ ਸੰਘਰਸ਼ ਕੇਵਲ ਰੋਣ ਧੋਣ ਨਹੀਂ ਹੁੰਦਾ। ਸੰਘਰਸ਼ ਇੱਕ ਜਜ਼ਬਾ ਹੁੰਦਾ, ਇੱਕ ਰੋਹ ਹੁੰਦਾ, ਇੱਕ ਉਤਸ਼ਾਹ ਹੁੰਦਾ, ਇੱਕ ਚਾਅ ਹੁੰਦਾ, ਮੋਹ ਜੂਝਣ ਕਾ ਚਾਓ ਹੁੰਦਾ। ਉਹ ਮੋਹ ਜੂਝਣ ਕੇ ਚਾਓ ਨੂੰ ਉਸ ਨਜ਼ਮ ਦੇ ਵਿੱਚ ਅੰਕਿਤ ਕੀਤਾ ਸੀ। ਉਸ ਭੀੜ ਦੀ ਜਿਹੜੀ ਕਿ ਸੰਗਤ ਵਿੱਚ ਬਦਲ ਚੁੱਕੀ ਸੀ, ਉਹ ਭੀੜ ਜਿਹੜੀ ਕਿ ਚੇਤਨ ਸੀ, ਉਹ ਭੀੜ ਨਹੀਂ ਸੀ, ਉਹ ਪੰਜਾਬੀ ਚੇਤਨਾ ਦਾ ਹੜ੍ਹ ਸੀ। ਤਾਂ ਉਸ ਪੰਜਾਬੀ ਚੇਤਨਾ ਦੇ ਹੜ੍ਹ ਦਾ ਜਿਹੜਾ ਸਮੁੰਦਰ ਸੀ, ਉਹਦਾ ਜਿਹੜਾ ਉਤਸ਼ਾਹ ਸੀ, ਜਿਹੜੀ ਉਹਦੇ 'ਚ ਰੰਗ ਬਰੰਗਤਾ ਸੀ, ਉਹਦੇ ਵਿੱਚ ਵੱਖਰੋ ਵੱਖਰੇ ਵਿਚਾਰਾਂ ਦੇ ਬਾਵਜੂਦ ਇੱਕ ਪੰਜਾਬੀ ਚੇਤਨਾ, ਇੱਕ ਸਾਂਝੇ ਸੰਘਰਸ਼ ਦਾ ਟੀਚਾ ਦਿਖਾਈ ਦਿੰਦਾ ਸੀ, ਉਸ ਨੂੰ ਰੂਪਮਾਨ ਕੀਤਾ ਸੀ। ਸੱਚਮੁੱਚ ਹੀ ਮੈਂ ਇਹ ਸਮਝਦਾ ਕਿ ਇਸ ਅੰਦੋਲਨ ਦਰਮਿਆਨ ਅੰਦੋਲਨ 'ਤੇ ਬੜੇ ਜਿਹਨੂੰ ਕਹਿ ਸਕਦੇ ਹਾਂ ਕਿ ਦੋਸ਼ ਲੱਗੇ ਕਿ ਕਦੇ ਇਹਨੂੰ
ਕਦੇ MSP ਵਾਲਿਆਂ ਦਾ ਅੰਦੋਲਨ ਕਿਹਾ ਗਿਆ, ਕਦੇ ਪੰਜਾਬ ਦਾ ਅੰਦੋਲਨ ਕਿਹਾ ਗਿਆ, ਕਦੇ ਮਲਵਈਆਂ ਦਾ ਅੰਦੋਲਨ ਕਿਹਾ ਗਿਆ, ਕਦੇ ਇਹਨੂੰ ਅੱਤਵਾਦੀਆਂ ਨਾਲ ਜੋੜਿਆ ਗਿਆ, ਕਦੇ ਨੈਕਸਲਾਈਟਾਂ ਨਾਲ ਜੋੜਿਆ ਗਿਆ, ਕਦੇ ਦੇਸ਼ ਧਰੋਹੀ ਆਖਿਆ ਗਿਆ। ਪਰ ਇਸ ਕਿਸਾਨ ਲੀਡਰਸ਼ਿਪ ਨੇ ਜਿੰਨੀ ਸਮਰੱਥਾ ਨਾਲ, ਜਿੰਨੀ ਸਬਰ, ਸਿੱਦਕ, ਸਿਰੜ, ਸੰਤੋਖ ਨਾਲ ਇਸ ਨੂੰ ਸੰਘਰਸ਼ ਨੂੰ ਸਿਰੇ ਲਾਇਆ। ਅਤੇ ਕਿਹਾ ਜਾ ਸਕਦਾ ਹੈ ਕਿ ਜਿਹੜਾ ਆਫਰਿਆ ਫਿਰਦਾ ਹਾਕਮ ਆ ਉਹਨੂੰ ਸ਼ਾਂਤ ਕੀਤਾ ਅਤੇ ਆਪਣੀ ਗੱਲ ਮਨਵਾਈ ਆ। ਉਸ ਦੇ ਪਿੱਛੇ ਸਾਡੇ ਕਲਮਕਾਰ, ਸਾਡੇ ਕਲਾਕਾਰ ਵੀ ਖੜ੍ਹੇ ਸੀ ਅਤੇ ਉਹਨਾਂ ਵਿੱਚ ਪਾਤਰ ਵੀ ਸੀ। ਅਤੇ ਪਾਤਰ ਸੁਰਜੀਤ ਪਾਤਰ ਨੇ ਜੋ ਕੁਝ ਲਿਖਿਆ ਉਹ ਇਤਿਹਾਸ ਦਾ ਹਿੱਸਾ ਬਣ ਗਿਆ ਅਤੇ ਉਹ ਹੁਣ ਕਿਤਾਬ ਤੁਹਾਡੇ ਸਾਹਮਣੇ ਆ ਚੁੱਕੀ ਹੈਗੀ ਆ। ਦੁਨੀਆ ਦਾ ਪ੍ਰਸਿੱਧ ਜਿਹੜਾ ਚਿੰਤਕ ਆ ਨੋਮ ਚਮਸਕੀ, ਉਹ ਕਹਿੰਦਾ ਕਿ ਇਹ ਇੱਕ ਰਾਹ ਦਰਸਾਵਾ ਅੰਦੋਲਨ ਆ। ਸੱਚਮੁੱਚ ਹੀ ਇਹ ਰਾਹ ਦਰਸਾਵਾ ਅੰਦੋਲਨ ਆ। ਇਸ ਪੁਸਤਕ ਰਾਹੀਂ, ਇਸ ਕਵਿਤਾ ਰਾਹੀਂ, ਇਸ ਵਾਰਤਕ ਦੇ ਟੁਕੜਿਆਂ ਰਾਹੀਂ ਪਾਤਰ ਸਾਹਿਬ ਨੇ ਇੱਕ ਹੋਰ ਗੱਲ ਦਾ ਬਹੁਤ ਵੱਡਾ ਜਵਾਬ ਦਿੱਤਾ ਕਿ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਉਹ ਸੰਘਰਸ਼ ਦਾ ਹਿੱਸੇ ਆ, ਕਿਉਂ ਬਣੇ ਨਹੀਂ। ਪਾਤਰ ਸਾਹਿਬ ਨੇ ਆਪਣੇ 'ਤੇ ਟਿਕਾ ਕੇ ਗੱਲ ਕਹੀ ਹੈ ਕਿ ਮੇਰੇ ਕੋਲ ਤਾਂ ਜ਼ਮੀਨ ਨਹੀਂ, ਮੈਂ ਵੀ ਇਸ ਸੰਘਰਸ਼ ਦਾ ਹਿੱਸਾ ਕਿਉਂ ਆ। ਸੱਚਮੁੱਚ ਹੀ ਕਿ ਇਹ ਸੰਘਰਸ਼ ਆ ਜਿਹੜਾ, ਇਹ ਕੇਵਲ ਖੇਤੀ ਕਾਨੂੰਨ ਰੱਦ ਕਰਾਉਣ ਦਾ ਨਹੀਂ ਸੀ। ਇਹ ਜਿਹੜਾ ਸੰਘਰਸ਼ ਆ ਇਹ ਅਸਲ ਵਿੱਚ ਕੋਈ ਵੱਧ ਭਾਅ ਲੈਣ ਦਾ ਵੀ ਮਸਲਾ ਨਹੀਂ ਸੀਗਾ। ਇਹ ਤਾਂ ਵਿਸ਼ਵ ਪੱਧਰੀ ਜਿਹੜਾ ਇੱਕ ਕਾਰਪੋਰੇਟੀ ਜੀਵਨ ਜਾਚ ਸਾਡੇ 'ਤੇ, ਖਪਤਕਾਰੀ ਜੀਵਨ ਜਾਚ ਥੋਪੀ ਜਾ ਰਹੀ ਆ, ਉਸ ਦੇ ਵਿਰੁੱਧ ਇੱਕ ਸਹਿਜ ਆਨੰਦ ਦਾ ਅਨਿਆਂ ਵਾਲਾ ਜੀਵਨ ਜੀਣ ਦੀ ਜਿਹੜੀ ਆਮ ਆਦਮੀ ਦੀ ਤਮੰਨਾ ਹੈ, ਜਿਹੜਾ ਜਾਤਾਂ, ਧਰਮਾਂ, ਰੰਗਾਂ ਤੋਂ ਉੱਪਰ ਉੱਠ ਕੇ ਕਿਸੇ ਸਰਬ ਸਾਂਝੀਵਾਲਤਾ ਦੀ ਗੱਲ ਕਰਦਾ ਹੈ। ਇਹ ਸੰਘਰਸ਼ ਤਾਂ ਅਸਲ ਵਿੱਚ ਉਸ ਵੱਡੇ ਸੁਪਨੇ ਦਾ ਹਿੱਸਾ ਸੀ ਜਾਂ ਵੱਡੇ ਸੁਪਨੇ ਦੀ ਪੂਰਤੀ ਲਈ ਕੀਤਾ ਸੰਘਰਸ਼ ਸੀ। ਇਸੇ ਕਰਕੇ ਇਹ ਸੰਘਰਸ਼ ਇੰਨਾ ਸ਼ਾਨਾ ਮੱਤਾ ਅਤੇ ਇੰਨਾ ਇਸ ਦਾ ਦੁਨੀਆ ਭਰ ਦੇ ਵਿੱਚ ਚਰਚਾ ਹੋਇਆ। ਇਸ ਗੱਲ ਨੂੰ ਪਾਤਰ ਸਾਹਿਬ ਨੇ ਆਪਣੀਆਂ ਕਵਿਤਾਵਾਂ ਵਿੱਚ ਵੀ ਅਤੇ ਉਹਨਾਂ ਨੇ ਆਪਣੀ ਵਾਰਤਕ ਵਿੱਚ ਵੀ ਬੜੀ ਚੰਗੀ ਤਰ੍ਹਾਂ ਉਭਾਰਿਆ ਹੈ। ਬਹੁਤ ਸਾਰੀਆਂ ਸਾਡੀਆਂ ਕਿਸਾਨਾਂ ਤੋਂ ਬਾਅਦ ਵੀ ਆਸਾਂ, ਉਮੀਦਾਂ ਅਤੇ ਸਾਡੇ ਸੁਪਨੇ ਨੇ ਕੁਝ ਜਿਹੜੇ ਅਸੀਂ ਕਿਸਾਨ ਸੰਘਰਸ਼ ਦੇ ਵਿੱਚ ਲਏ ਅਤੇ ਉਹਨਾਂ ਨੂੰ ਅਸੀਂ ਪੂਰਿਆ ਕਰਨਾ ਚਾਹੁੰਦੇ ਹਾਂ ਕਿ ਸਾਡਾ ਏਕਾ ਬਰਕਰਾਰ ਰਹੇ, ਸਾਡੀ ਇਹ ਸੰਘਰਸ਼ੀ ਬਿਰਤੀ ਬਰਕਰਾਰ ਰਹੇ, ਅਸੀਂ ਕਿਸੇ ਦੇ ਕਹੇ 'ਤੇ ਗੁੰਮਰਾਹ ਨਾ ਹੋਈਏ। ਇਹੋ ਜਿਹੀਆਂ ਅਰਦਾਸਾਂ, ਇਹੋ ਜਿਹੀਆਂ ਬੇਨਤੀਆਂ ਇਸ ਕਿਤਾਬ ਦੇ ਵਿੱਚ ਵੀ ਹਾਜ਼ਰ ਨੇ ਕਿ ਉਹ ਭਰਾਪਾ, ਉਹ ਸਾਂਝੀਵਾਲਤਾ, ਉਹ ਸਹਿਨਸ਼ੀਲਤਾ ਪੰਜਾਬ ਜਿੱਤ ਕੇ ਆਇਆਂ ਦੇ ਮਨ ਦੇ ਵਿੱਚ ਵੀ ਵਾਪਸ ਰਹੇ। ਸਾਨੂੰ ਇਹ ਵੀ ਪਤਾ ਹੈ ਕਿ ਇਹ ਕੋਈ ਜਿੱਤ ਆਖਰੀ ਜਿੱਤ ਨਹੀਂ, ਇਹ ਕੋਈ ਅੰਤਮ ਜਿੱਤ ਨਹੀਂ, ਇਹ ਕੋਈ ਸੰਘਰਸ਼ ਦਾ ਸਦਾ ਸਦਾ ਲਈ ਅੰਤ ਨਹੀਂ, ਸਗੋਂ ਇਹ ਇੱਕ ਪੜਾਅ ਸੀ ਕਿ ਜਿਹੜਾ ਅਸੀਂ ਜਿੱਤਿਆ। ਪਰ ਉਸ ਜਿੱਤ ਦਾ ਜਸ਼ਨ ਮਨਾਉਣਾ, ਉਹਨੂੰ ਕਾਵਿ ਇਤਿਹਾਸ ਵਿੱਚ ਢਾਲਣਾ, ਉਹਨੂੰ ਸਾਹਿਤ ਦਾ ਹਿੱਸਾ ਬਣਾਉਣਾ ਪਾਤਰ ਸਾਹਿਬ ਦੇ ਵੀ ਹਿੱਸੇ ਆਇਆ ਹੈ ਅਤੇ ਉਹਨਾਂ ਨੇ ਇਹ ਫਰਜ਼ ਬਾਖੂਬੀ ਨਿਭਾਇਆ। ਇਹ ਬਾਤ ਮੇਰੀ ਇੰਨੀ ਹੀ ਨਹੀਂ, ਕਿਤਾਬ ਲਿਖਣ ਉੱਤੇ, ਸਿਰਜਣ ਉੱਤੇ ਮੈਂ ਸੁਰਜੀਤ ਪਾਤਰ ਜੀ ਨੂੰ ਮੁਬਾਰਕਬਾਦ ਦਿੰਦਾ। ਪੰਜਾਬੀ ਦੇ ਸਾਰੇ ਪਾਠਕਾਂ ਨੂੰ ਇਸ ਗੱਲ ਲਈ ਜ਼ਰੂਰ ਕਹਿਣਾ ਕਿ ਇਸ ਕਿਤਾਬਾਂ ਨੂੰ ਪੜ੍ਹੋ, ਇਹਨਾਂ ਕਵਿਤਾਵਾਂ ਨੂੰ ਪੜ੍ਹੋ, ਹੋਰ ਲੇਖਕਾਂ ਦੀਆਂ ਕਵਿਤਾਵਾਂ ਨੂੰ ਵੀ ਪੜ੍ਹੋ ਤਾਂ ਕਿ ਅਸੀਂ ਉਹਨਾਂ ਤੋਂ ਉਤਸ਼ਾਹ ਲੈ ਸਕੀਏ, ਪ੍ਰੇਰਨਾ ਲੈ ਸਕੀਏ, ਸੇਧ ਲੈ ਸਕੀਏ ਅਤੇ ਭਵਿੱਖ ਵਿੱਚ ਹੋਣ ਵਾਲੇ ਸੰਘਰਸ਼ ਵਿੱਚ ਹਿੱਸਾ ਪਾ ਸਕੀਏ, ਆਪਣਾ ਹਿੱਸਾ ਪਾ ਸਕੀਏ।